ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਨੰਬਰ 275, 10ਵੀਂ ਅਸ਼ਟਪਦੀ ਆਪਾਂ ਸ਼ੁਰੂ ਕਰਨੀ ਹੈ। ਸ਼ਲੋਕ ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧਿ ਅਨੇਕ ਪ੍ਰਕਾਰ। ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਉਸਤਤ ਕਰੈ ਅਨੇਕ ਜਨ, ਅਨੇਕਾਂ ਹੀ ਜਨ ਉਸ ਮਾਲਕ ਪਰਮਾਤਮਾ ਦੀ ਸ਼ੋਭਾ ਜੋ ਵਡਿਆਈ ਹੈ ਉਸਤਤ ਕਰਦੇ ਨੇ। ਅੰਤ ਨਾ ਪਾਰਾਵਾਰ, ਤੇ ਉਸ ਵਡਿਆਈ ਦਾ, ਉਸ ਮਾਲਕ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਹੈ। ਪਾਰਾਵਾਰ ਦਾ ਕੋਈ ਅੰਤ ਨਹੀਂ ਹੈ। ਨਾਨਕ ਰਚਨਾ ਪ੍ਰਭ ਰਚੀ, ਹੈ ਨਾਨਕ ਇਹ ਜਗਤ ਦੀ ਜਿਹੜੀ ਰਚਨਾ ਹੈ ਇਹ ਪਰਮਾਤਮਾ ਨੇ ਰਚੀ ਹੈ। ਉਹ ਪਰਮਾਤਮਾ ਰਚਨਹਾਰ ਹੈ। ਬਹੁ ਵਿਧ ਅਨੇਕ ਪ੍ਰਕਾਰ, ਬਹੁ ਵਿਧ ਅਨੇਕਾਂ ਤਰੀਕਿਆਂ ਦੇ ਨਾਲ, ਬਹੁਤ ਸਾਰੇ ਅਨੇਕਾਂ ਢੰਗਾਂ ਦੇ ਨਾਲ, ਅਨੇਕਾਂ ਰੂਪਾਂ ਦੇ ਵਿੱਚ ਇਸ ਜਗਤ ਦੀ ਰਚਨਾ ਹੋਈ ਹੈ, ਜਿਹਦੇ ਵਿੱਚ ਬਨਸਪਤੀ, ਜੀਵ ਜੰਤੂ ਅਨੇਕਾਂ ਰੂਪ ਹੋ ਗਏ। ਤੇ ਇਸ ਜਗਤ ਦੀ ਰਚਨਾ ਕੀਤੀ ਹੈ ਅਸ਼ਟਪਦੀ। ਕਈ ਕੋਟ ਹੋਈ ਪੂਜਾਰੀ, ਕਈ ਕੋਟ ਆਚਾਰ ਵਿਹਾਰੀ। ਇਸ ਕਈ ਕੋਟ, ਕੋਟ ਦਾ ਅਰਥ ਹੁੰਦਾ ਹੈ ਕਰੋੜ, ਕਈ ਕਰੋੜਾਂ। ਇਸ ਜਗਤ ਰਚਨਾ ਦੇ ਵਿੱਚ ਕਈ ਕਰੋੜਾਂ ਜਿਹੜੇ ਨੇ ਉਹ ਪੁਜਾਰੀ ਦੇ ਰੂਪ ਦੇ ਵਿੱਚ ਨੇ, ਤੇ ਕਈ ਕੋਟਾ ਚਾਰ ਵਿਹਾਰੀ, ਤੇ ਕਰੋੜਾਂ ਹੀ ਇਸ ਧਾਰਮਿਕ ਰਸਮਾਂ ਨੂੰ ਕਰ ਰਹੇ ਨੇ। ਧਾਰਮਿਕ ਦੇ ਕਰਮ ਨੇ, ਜਿਹੜੇ ਕਰਮ ਨੇ ਉਹਨਾਂ ਨੂੰ ਕਰੋੜਾਂ ਹੀ ਜਿਹੜੇ ਲੋਕ ਨੇ ਇਹਨਾਂ ਕਰਮਾਂ ਨੂੰ ਕਰ ਰਹੇ ਨੇ। ਕਈ ਕੋਟ ਭਈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ। ਅਨੇਕਾਂ ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣਾ ਟਿਕਾਣਾ ਹੀ ਧਾਰਮਿਕ ਸਥਾਨਾਂ ਨੂੰ, ਤੀਰਥਾਂ ਨੂੰ ਬਣਾ ਲਿਆ, ਜਿਨ੍ਹਾਂ ਨੇ ਤੀਰਥਾਂ ਦੇ ਉੱਪਰ ਜਾ ਕੇ ਰਹਿਣਾ ਹੀ ਸ਼ੁਰੂ ਕਰ ਦਿੱਤਾ, ਉੱਥੇ ਹੀ ਜਾ ਕੇ ਆਪਣਾ ਜਿਹੜਾ ਟਿਕਾਣਾ ਬਣਾ ਲਿਆ। ਕਈ ਕੋਟ ਬਨ ਭ੍ਰਮੈ ਉਦਾਸੀ, ਤੇ ਕਰੋੜਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਘਰ-ਬਾਰ ਨੂੰ ਛੱਡ ਕੇ, ਬਨ ਦਾ ਅਰਥ ਹੁੰਦਾ ਜੰਗਲ, ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ, ਭਾਵ ਉਪਰਾਮ ਹੋਣ ਦੇ ਲਈ ਵੀ ਇਹਦੇ ਤੋਂ ਬਚਿਆ ਜਾ ਸਕੇ, ਮਾਇਆ ਦੇ ਮੋਹ ਤੋਂ ਬਚਣ ਦੇ ਲਈ ਉਹ ਉਦਾਸੀ ਹੋ ਕੇ ਸੰਸਾਰ ਨੂੰ ਛੱਡ ਕੇ ਕਰੋੜਾਂ ਇਹੋ ਜਿਹੇ ਨੇ ਜਿਹੜੇ ਜੰਗਲਾਂ ਦੇ ਵਿੱਚ ਭਟਕ ਰਹੇ ਨੇ। ਕਈ ਕੋਟ ਵੇਦ ਕੇ ਸਰੋਤੀ, ਕਈ ਕੋਟ ਤਪੀਸਰ ਹੋਤੀ। ਇਸ ਦੁਨੀਆ ਦੇ ਅੰਦਰ ਕਰੋੜਾਂ ਇਹੋ ਜਿਹੇ ਨੇ ਵੇਦ ਕੇ ਸਰੋਤੇ, ਜਿਹੜੇ ਕੰਨਾਂ ਦੇ ਨਾਲ ਵੇਦਾਂ ਨੂੰ, ਉਹਨਾਂ ਨੂੰ ਸੁਣਨਾ, ਧਾਰਮਿਕ ਪੁਸਤਕਾਂ ਨੂੰ ਸੁਣਨਾ ਪਸੰਦ ਕਰਦੇ ਨੇ, ਉਹਦੀ ਸਰੋਤੇ ਨੇ। ਕਈ ਕੋਟ ਤਪੀਸਰ ਹੋਤੇ, ਤਪੀਸਰ ਵੱਡੇ ਵੱਡੇ ਜਿਹੜੇ ਤਪੀ ਨੇ, ਤਪਸਵੀ ਨੇ। ਅਨੇਕਾਂ ਇਹੋ ਜਿਹੇ ਜਿਨ੍ਹਾਂ ਨੇ ਤਪਸਵੀ ਬਣ ਚੁੱਕੇ ਨੇ। ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਬ ਕਾਬ ਵਿਚਾਰੈ। ਹੁਣ ਕਰੋੜਾਂ ਇਹੋ ਜਿਹੇ ਨੇ ਜਿਹੜੇ ਯਤਨ ਕਰਦੇ ਪਏ ਨੇ
ਆਤਮ ਦਾ ਅਰਥ ਹੁੰਦਾ ਅੰਦਰ ਧਿਆਨ ਨੂੰ ਟਿਕਾਣਾ, ਵੀ ਆਪਣੀ ਸੁਰਤ ਨੂੰ ਟਿਕਾਣ ਦਾ ਯਤਨ ਕਰਦੇ ਪਏ ਨੇ, ਉਹਨੂੰ ਟਿਕਾਉਣਾ ਚਾਹੁੰਦੇ ਨੇ, ਟਿਕਾ ਰਹੇ ਨੇ। ਕਈ ਕੋਟ ਕਬ ਕਾਵ ਵਿਚਾਰੈ, ਕਬ ਦਾ ਅਰਥ ਹੁੰਦਾ ਹੈ, ਤੇ ਇੱਧਰ ਦਿੱਤਾ ਹੋਇਆ 29 ਨੰਬਰ ਕਵੀ। ਕਵੀਆਂ ਦੀਆਂ ਰਚਨਾਵਾਂ ਨੇ ਜਿਹੜੀਆਂ, ਕਵਿਤਾਵਾਂ ਹੋ ਗਈਆਂ, ਕੋਈ ਪੋਇਟਰੀ ਹੋ ਗਈ, ਇਹ ਜੋ ਚੀਜ਼ਾਂ ਨੇ ਇਹਨਾਂ ਨੂੰ ਵਿਚਾਰ ਰਹੇ ਨੇ, ਇਹਨਾਂ ਨੂੰ ਸਮਝ ਰਹੇ ਨੇ। ਕਈ ਕੋਟ ਕਬ ਕਾਵ ਵਿਚਾਰੈ, ਇਹਨਾਂ ਦਾ ਵਿਚਾਰ ਕਰ ਰਹੇ ਨੇ। ਕਈ ਕੋਟ ਨਵਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ। ਹੁਣ ਕਈ ਇੱਦਾਂ ਦੇ ਨੇ, ਨਵਤਨ ਦਾ ਅਰਥ ਹੁੰਦਾ ਨਿਤ ਨਵਾਂ, ਹਰ ਰੋਜ਼ ਨਵਾਂ, ਵੀ ਜੋ ਪਰਮਾਤਮਾ ਦੇ ਪਰਥਾਈ ਨਾਮ ਉਚਾਰਦੇ ਨੇ, ਉਹਦੀ ਸ਼ੋਭਾ ਕਰਦੇ ਨੇ, ਉਹਦੇ ਪਰਥਾਈ ਸ਼ੋਭਾ ਦੇ ਵਿੱਚ ਹਰ ਰੋਜ਼ ਨਵਾਂ ਹੀ ਨਾਮ ਉਚਾਰਦੇ ਨੇ। ਵੀ ਜਿਹਨੂੰ ਆਪਾਂ ਵੀ ਪੜ੍ਹਿਆ ਸੀ ਨਾ, ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਵੀ ਹੁੰਦਾ, ਜਿਹਦੇ ਵਿੱਚ ਸ਼ੇਖ ਨਾਗ ਦੀ ਗੱਲ ਵੀ ਕੀਤੀ ਹੈ, ਵੀ ਹਜ਼ਾਰਾਂ ਫਨਾਂ ਵਾਲਾ ਜਿਹੜਾ ਨਾਗ ਹੈ, ਜਦੋਂ ਵੀ ਉਹ ਆਪਣੇ ਮਾਲਕ ਨੂੰ ਯਾਦ ਕਰਦਾ ਸੀ, ਹਰ ਵਾਰੀ ਹਰੇਕ ਫਨ ਦੇ ਨਾਲ, ਹਰੇਕ ਮੂੰਹ ਦੇ ਨਾਲ ਉਹ ਨਵਾਂ ਨਾਮ ਉਚਾਰਦਾ ਸੀ ਹਰ ਵਾਰੀ। ਪਰ ਸਤਿਗੁਰੂ ਜੀ ਕਿਰਪਾ ਕਰਦੇ, ਅਨੇਕਾਂ ਇਹੋ ਜਿਹੇ ਵੀ ਨੇ ਵੀ ਜਿਹੜੇ ਹਰ ਰੋਜ਼ ਜਦੋਂ ਮਾਲਕ ਨੂੰ ਯਾਦ ਕਰਨਗੇ ਤੇ ਹਰ ਵਾਰੀ ਰਸਨਾ ਦੇ ਉੱਤੋਂ ਨਵਾਂ ਹੀ ਨਾਮ ਉਚਾਰਦੇ ਨੇ, ਨਵੇਂ ਹੀ ਨਾਮ ਦੇ ਨਾਲ ਉਹਨੂੰ ਜਪਦੇ ਨੇ। ਨਾਨਕ, ਹੇ ਨਾਨਕ, ਕਰਤੇ ਕਾ ਅੰਤ ਨਾ ਪਾਵੈ, ਪਰ ਫਿਰ ਵੀ ਕਰਨ ਵਾਲਾ ਮਾਲਕ ਜਿਹੜਾ ਪਰਮਾਤਮਾ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਸੰਤ ਸੰਗਤ ਰਾਮ ਹਿਰਦੈ ਵਸਾਈ। ਮਨੁੱਖ ਬੜੇ ਯਤਨ ਕਰਦਾ, ਅਨੇਕਾਂ ਢੰਗ ਅਪਣਾਉਂਦਾ, ਪਰ ਸਤਿਗੁਰੂ ਜੀ ਕਿਰਪਾ ਕਰਦੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨੀ ਹੀ ਲਹੀ। ਜਾਂ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਨੁੱਖ ਯਤਨ ਕਰ ਰਿਹਾ, ਪਰ ਸਤਿਗੁਰੂ ਜੀ ਕਿਰਪਾ ਕਰਦੇ ਭਾਈ, ਅਨੇਕਾਂ ਉਸ ਪਰਮਾਤਮਾ ਦੇ ਗੁਣ ਨੇ, ਪਰ ਉਹਦੇ ਬਿਆਨ ਨਹੀਂ ਕਰ ਸਕਦੇ। ਨਾਨਕ ਕਰਤੇ ਕਾ ਅੰਤ ਨਾ ਪਾਵੈ, ਪਰ ਕਰਤੇ ਦਾ ਜਿਹੜਾ ਅੰਤ ਪਾਇਆ ਨਹੀਂ ਜਾ ਸਕਦਾ। ਕਈ ਕੋਟ ਭਈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਰੋੜਾਂ ਇਹੋ ਜਿਹੇ ਨੇ ਜਿਹੜੇ ਸੰਸਾਰਿਕ ਪਦਾਰਥਾਂ ਦਾ ਹੰਕਾਰ ਕਰਦੇ ਪਏ ਨੇ। ਅਭਿਮਾਨੀ ਦਾ ਅਰਥ ਹੋ ਗਿਆ ਹੰਕਾਰ, ਅਭਿਮਾਨੀ ਨੇ, ਹੰਕਾਰੀ ਨੇ। ਕਈ ਕੋਟ ਅੰਧ ਅਗਿਆਨੀ, ਕਰੋੜਾਂ ਇਹੋ ਜਿਹੇ ਵੀ ਜੀਵ ਨੇ ਜਿਹੜੇ ਅੰਧ ਵਿਸ਼ਵਾਸਾਂ ਦੇ ਵਿੱਚ, ਅਗਿਆਨਤਾ ਦੇ ਵਿੱਚ ਫਰੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਵੀ ਕਹਿੰਦੇ ਹਾਂ ਵੀ ਵਹਿਮਾਂ ਭਰਮਾਂ ਦੇ ਵਿੱਚ ਪੈਣਾ। ਮਨ ਦੇ ਵਿੱਚ ਡਰਾਵੇ, ਮਨ ਦੇ ਵਿੱਚ ਡਰ ਹੈ। ਕੁਝ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਗਿਆਨ ਨਹੀਂ ਹੈ, ਸਮਝ ਨਹੀਂ ਹੈ, ਉਹ ਸਮਝ ਤੋਂ ਸਖੜੇ ਨੇ, ਤੇ ਉਹ ਵਹਿਮਾਂ ਭਰਮਾਂ ਦੇ ਵਿੱਚ, ਅੰਧ ਵਿਸ਼ਵਾਸਾਂ ਦੇ ਵਿੱਚ ਹੀ ਫਸੇ ਹੋਏ ਜਿਹੜੇ ਕਰਮ ਕਾਂਡ ਕਰਦੇ ਪਏ ਨੇ, ਅੰਧ ਗਿਆਨਤਾ ਦੇ ਵਿੱਚ ਫਸੇ ਹੋਏ ਨੇ। ਕਈ ਕੋਟ ਕਿਰਪਨ ਕਠੋਰ, ਕਿਰਪਨ ਦਾ ਅਰਥ ਹੁੰਦਾ ਕੰਜੂਸ, ਵੀ ਜਿਹਨੂੰ ਅਸੀਂ ਕਹਿੰਦੇ ਆ ਵੀ ਥੋੜ੍ਹੀ ਦਿਲੀ, ਵੀ ਇਹਦਾ ਦਿਲ ਨਹੀਂ ਹੈ, ਵੀ ਇਹਦਾ ਦਿਲ ਦਰਿਆ ਹੈ। ਤੇ ਕੰਜੂਸ ਹੈ ਜਿਹੜਾ, ਉਹਦੇ ਕੋਲ ਭਾਵੇਂ ਸਭ ਕੁਝ ਵੀ ਹੋਵੇ, ਪਰ ਫਿਰ ਵੀ ਉਹ ਕੰਜੂਸ ਹੋਣਾ ਜਾ ਕਰੇਗਾ, ਆਪਣਾ ਦਿਲ ਥੋੜ੍ਹਾ ਰੱਖੇਗਾ ਵੀ ਮੈਂ ਚੀਜ਼ ਕਿਉਂ ਦੇਵਾਂ। ਕਹਿੰਦੇ ਕਰੋੜਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਸਭ ਕੁਝ ਹੈ, ਪਰ ਫਿਰ ਵੀ ਕੰਜੂਸ ਨੇ। ਕਠੋਰ ਦਾ ਅਰਥ ਹੁੰਦਾ ਕਠੋਰ ਦਿਲ। ਕਈ ਇਹੋ ਜਿਹੇ ਜਿਨ੍ਹਾਂ ਦੇ ਕਠੋਰ ਦਿਲ ਨੇ, ਵੀ ਜਿਹੜੇ ਕਦੇ ਵੀ ਭਿੱਜਦੇ ਨਹੀਂ। ਕਈ ਕੋਟ ਅਭਿਗ ਆਤਮ ਨਿਕੋਰ, ਅਭਿਗ ਦਾ ਅਰਥ ਹੁੰਦਾ ਵੀ ਨਾ ਭਿੱਜਣ ਵਾਲੇ, ਤੇ ਨਿਕੋਰ ਬਿਲਕੁਲ ਕੋਰੇ, ਜਿਨ੍ਹਾਂ ਦੇ ਅੰਦਰ ਕਿਸੇ ਦਾ ਕੋਈ ਮੋਹ ਦੀ, ਕਿਸੇ ਦੀ ਪਿਆਰ ਦੀ ਕੋਈ ਤੰਦ ਨਹੀਂ ਹੈ। ਭਾਵੇਂ ਕੋਈ ਦੁੱਖ ਹੋਵੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ।
ਭਾਵੇਂ ਕੋਈ ਸੁਖੀ ਹੈ, ਕੋਈ ਮਤਲਬ ਨਹੀਂ। ਸਤਿਗੁਰੂ ਜੀ ਕਿਰਪਾ ਕਰਦੇ, ਕੁਝ ਤੇ ਇਹੋ ਜਿਹੇ ਨੇ ਜਿਹੜੇ ਇੰਨੇ ਕੁ ਪੱਥਰ ਦਿਲ ਹੋ ਚੁੱਕੇ ਨੇ ਵੀ ਅੰਦਰੋਂ ਕੋਰੇ ਹੋ ਗਏ ਨੇ, ਤੇ ਦੂਸਰੇ ਦੇ ਦੁੱਖ ਨੂੰ ਵੀ ਵੇਖ ਕੇ ਫਿਰ ਵੀ ਉਹ ਭੇਜਦੇ ਨਹੀਂ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ। ਹੁਣ ਕਰੋੜਾਂ ਇਹੋ ਜਿਹੇ ਜਿਹੜੇ ਪਰ ਦਰਬ ਕੋ ਹਿਰੈ, ਪਰਾਏ ਦੇ ਧਨ ਨੂੰ, ਦੂਸਰੇ ਦੇ ਧਨ ਨੂੰ ਲੁੱਟਣ ਦੇ ਵਿੱਚ ਲੱਗੇ ਹੋਏ ਨੇ। ਇਸ ਯਤਨ ਦੇ ਵਿੱਚ ਵੀ ਦੂਸਰੇ ਦਾ ਧਨ ਕਿਵੇਂ ਲੁੱਟਿਆ ਜਾ ਸਕੇ, ਦੂਸਰੀ ਦੀ ਚੀਜ਼ ਵੀ ਮੇਰੇ ਕੋਲ ਕਿਵੇਂ ਆ ਸਕੇ, ਜਿਹਨੂੰ ਅਸੀਂ ਇਹ ਵੀ ਕਹਿੰਦੇ ਹਾਂ ਨਾ ਵੀ ਉਦੋਂ ਆਪਾਂ ਪੜ੍ਹਿਆ ਸੀ ਤ੍ਰਿਸ਼ਨਾ। ਬੰਦੇ ਦੇ ਅੰਦਰ ਤ੍ਰਿਸ਼ਨਾ ਇੰਨੀ ਕੁ ਘਰ ਕਰ ਚੁੱਕੀ ਹੈ, ਇੰਨੀ ਕੁ ਵੱਧ ਚੁੱਕੀ ਹੈ। ਬੰਦੇ ਨੂੰ ਜੇਕਰ ਤ੍ਰਿਸ਼ਾਲੂ ਮਨੁੱਖ ਦੇ ਸਾਹਮਣੇ ਇੱਕ ਨਗਰ ਦੀ ਕੀ, ਇੱਕ ਦੇਸ਼ ਦੀ ਕੀ, ਜੇਕਰ ਸਾਰੀ ਧਰਤੀ ਦਾ ਧਨ ਦੌਲਤ ਵੀ ਲਿਆ ਕੇ ਸਾਹਮਣੇ ਰੱਖ ਦਈਏ ਨਾ, ਬੰਦਾ ਫਿਰ ਵੀ ਕਹਿੰਦਾ ਵੀ ਮੇਰੇ ਕੋਲ ਘੱਟ ਹੈ। ਉਹਦੇ ਮਨ ਦੇ ਵਿੱਚ, ਸੋਚ ਦੇ ਵਿੱਚ ਇਹੀ ਚੱਲੇਗੀ ਵੀ ਦੂਸਰੇ ਦੀ ਚੀਜ਼ ਨੂੰ ਮੈਂ ਕਿਵੇਂ ਲੁੱਟਾਂ, ਦੂਸਰੇ ਦੇ ਕੋਲੋਂ ਚੀਜ਼ ਕਿਵੇਂ ਖੋਵਾਂ। ਭਾਵੇਂ ਆਪਣੇ ਕੋਲ ਹੋਵੇ ਪਰ ਉਹਦਾ ਧਿਆਨ ਦੂਸਰੇ ਵੱਲ ਹੋਵੇਗਾ। ਕਈ ਕੋਟ ਪਰ ਦਰਬ ਕੋ ਹਿਰੈ, ਕਰੋੜਾਂ ਇਹੋ ਜਿਹੇ ਜਿਹੜੇ ਪਰਾਏ ਧਨ ਨੂੰ ਲੁੱਟਣ ਦੇ ਵਿੱਚ, ਹਿਰਨ ਦੇ ਵਿੱਚ ਲੱਗੇ ਹੋਏ ਨੇ। ਕਈ ਕੋਟ ਪਰ ਦੁੱਖ ਨਾ ਕਰੈ, ਤੇ ਕਰੋੜਾਂ ਇਹੋ ਜਿਹੇ ਜਿਹੜੀ ਪਰਾਇਆਂ ਦੀ ਨਿੰਦਿਆ ਕਰਨ ਦੇ ਵਿੱਚ ਲੱਗੇ ਹੋਏ ਨੇ। ਦੁਖਣਾ ਦਾ ਅਰਥ ਨਿੰਦਿਆ। ਉਹਨਾਂ ਨੂੰ ਰਸ ਇਹਦੇ ਵਿੱਚੋਂ ਮਿਲਦਾ, ਉਹਨਾਂ ਨੂੰ ਸਵਾਦ ਹੀ ਇਹਦੇ ਵਿੱਚ ਹੁੰਦਾ ਵੀ ਜਿੰਨੇ ਸਮੇਂ ਤੱਕ ਉਹ ਦੂਸਰੇ ਦੀ ਨਿੰਦਿਆ ਨਾ ਕਰਨ, ਜਾਂ ਸੁਣਨ ਨਾ ਕੰਨਾਂ ਦੇ ਨਾਲ, ਜਾਂ ਕਿਸੇ ਦੀ ਚੁਗਲੀ ਨਾ ਕਰਨ, ਚੁਗਲੀ ਨੂੰ ਸੁਣਨਾ, ਓਨੇ ਸਮੇਂ ਤੱਕ ਉਹ ਟਿਕਦੇ ਵੀ ਨਹੀਂ। ਕਿਉਂਕਿ ਕੰਨਾਂ ਨੂੰ, ਰਸਨਾ ਨੂੰ ਇੰਨਾ ਕੁ ਰਸ ਪਿਆ ਹੋਇਆ, ਉਹ ਫਿਰ ਸਾਰਾ ਦਿਨ ਗੱਲ ਹੀ ਇਹ ਚੱਲੇਗੀ ਦੂਸਰਿਆਂ ਦੀ ਨਿੰਦਿਆ ਦੀ, ਦੂਸਰਿਆਂ ਦੀ ਚੁਗਲੀਆਂ ਦੀ, ਵੀ ਫਲਾਣੇ ਘਰ ਆ ਹੋ ਗਿਆ, ਫਲਾਣੇ ਘਰ ਝਗੜਾ ਹੋ ਗਿਆ, ਫਲਾਣੇ ਨੇ ਐਵੇਂ ਕਰ ਦਿੱਤਾ। ਸਾਰਾ ਦਿਨ ਹੀ ਚੱਲੇਗਾ, ਕਿਉਂਕਿ ਉਹਨਾਂ ਨੂੰ ਸਵਾਦ ਹੀ ਇਸ ਚੀਜ਼ ਦਾ ਪਿਆ। ਸਤਿਗੁਰੂ ਜੀ ਕਿਰਪਾ ਕਰਦੇ, ਹੇ ਮਾਲਕ, ਤੇਰੀ ਇਸ ਬਣਾਈ ਹੋਈ ਰਚਨਾ ਦੇ ਵਿੱਚੋਂ ਕਰੋੜਾਂ ਇਹੋ ਜਿਹੇ ਨੇ ਜਿਹੜੇ ਪਰਾਇਆਂ ਦੀ ਨਿੰਦਿਆ ਕਰਨ ਦੇ ਵਿੱਚ ਹਰ ਸਮੇਂ ਲੱਗੇ ਰਹਿੰਦੇ ਨੇ। ਕਈ ਕੋਟ ਮਾਇਆ ਸ਼ਰਮ ਮਾਹੀ, ਕਈ ਕੋਟ ਪਰਦੇਸ ਪਰਮਾਹੀ। ਕਰੋੜਾਂ ਇਹੋ ਜਿਹੇ ਜਿਸ ਮਾਇਆ ਨੂੰ ਇਕੱਠੀ ਕਰਨ ਦੇ ਲਈ ਮਿਹਨਤ ਕਰਦੇ ਪਏ ਨੇ। ਸ਼ਰਮ ਦਾ ਅਰਥ ਮਿਹਨਤ ਕਰਨਾ। ਮਾਇਆ ਨੂੰ ਇਕੱਠੀ ਕਰਨ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ। ਤੇ ਕਈ ਕੋਟ ਪਰਦੇਸ ਪਰਮਾਹੀ, ਤੇ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਭਰਮਦੇ ਪਏ ਨੇ, ਦੋਏ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਭਟਕ ਰਹੇ ਨੇ। ਜਿਤ ਜਿਤ ਲਾਭ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਜਿਤ ਜਿਤ ਲਾਵੋ, ਜਿਵੇਂ ਜਿਵੇਂ ਦੇ ਉਸ ਮਾਲਕ ਨੇ ਕੰਮਾਂ ਨੂੰ ਲਾਇਆ ਹੋਇਆ, ਜਿੱਥੇ ਜਿੱਥੇ ਉਹਨਾਂ ਨੂੰ ਲਾਇਆ ਹੋਇਆ, ਉਹ ਉਹੋ ਜਿਹੇ ਕੰਮ ਕਰਦੇ ਪਏ ਨੇ। ਜਿਹਨੂੰ ਕੱਲ੍ਹ ਵੀ ਆਪਾਂ ਪੜ੍ਹਿਆ ਸੀ, ਜੈਸੀ ਮਤ ਦੇ ਤੈਸਾ ਪ੍ਰਕਾਸ਼। ਜਿਹੋ ਜਿਹੀ ਬੰਦੇ ਕੋਲ ਮਤ ਹੈ, ਉਹੋ ਜਿਹਾ ਪ੍ਰਕਾਸ਼ ਹੈ। ਉਹੀ ਚੀਜ਼ ਵੀ ਜਿਸ ਨੂੰ ਜਿਸ ਵੀ ਕੰਮ, ਜੋ ਪਦਵੀ ਸੌਂਪੀ ਹੈ, ਜਿਸ ਨੂੰ ਜਿਹੜਾ ਕੰਮ ਸੌਂਪਿਆ, ਉਹ ਉਸੇ ਹੀ ਕੰਮ ਦੇ ਵਿੱਚ ਲੱਗਾ ਹੋਇਆ, ਉਹੀ ਉਹ ਕੰਮ ਕਰਦਾ ਪਿਆ। ਜੇਕਰ ਕੋਈ ਨਿੰਦਿਆ ਕਰ ਰਿਹਾ, ਉਹਦਾ ਸੁਭਾਅ ਹੀ ਨਿੰਦਿਆ ਵਾਲਾ ਬਣ ਗਿਆ, ਉਹਨੂੰ ਮਤ ਹੀ ਉਹੋ ਜਿਹੀ ਦਿੱਤੀ ਹੈ। ਉਹਦੇ ਕੋਲ ਨਿੰਦਿਆ ਕਰਨ ਦਾ, ਚੁਗਲੀ ਕਰਨ ਦਾ ਢੰਗ ਪੁੱਛੋ, ਚੋਰ ਕੋਲੋਂ ਚੋਰੀ ਕਰਨ ਦਾ ਢੰਗ, ਵੀ ਜਿਹੋ ਜਿਹੋ ਜਿਹੇ ਕੰਮ ਜਿਤ ਜਿਤ ਲਾਵੋ, ਜਿਵੇਂ ਜਿਵੇਂ ਲਾਇਆ ਤਿਤ ਤਿਤ ਲੱਗਣਾ, ਉਸੇ ਪ੍ਰਕਾਰ ਲੱਗਾ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹੀ ਨਾਨਕ, ਉਸ ਮਾਲਕ ਪਰਮਾਤਮਾ ਦੀ ਰਚਨਾ ਨੂੰ ਕਰਤਾ ਹੀ ਜਾਣ ਸਕਦਾ ਹੈ, ਪਰਮਾਤਮਾ ਹੀ ਜਾਣ ਸਕਦਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਹੁਣ ਕਰੋੜਾਂ ਇੱਦਾਂ ਦੇ ਜਿਹੜੇ ਸਿੱਧ ਬਣ ਗਏ ਨੇ, ਜਤੀ ਬਣ ਚੁੱਕੇ ਨੇ, ਜੋਗੀ ਬਣ ਗਏ ਨੇ।
ਕਈ ਕੋਟ ਰਾਜੇ ਰਸ ਭੋਗੀ। ਤੇ ਕਈ ਇਹੋ ਜਿਹੇ ਨੇ ਜਿਹੜੇ ਇਸ ਸੰਸਾਰ ਦੇ ਰਸਾਂ ਦਾ ਆਨੰਦ ਮਾਣਦੇ ਪਏ ਨੇ, ਇੱਥੋਂ ਦੇ ਰਾਜੇ ਨੇ, ਆਨੰਦ ਮਾਣਨ ਦੇ ਵਿੱਚ ਰਾਜੇ ਨੇ, ਇਹਨਾਂ ਨੂੰ ਭੋਗਦੇ ਪਏ ਨੇ। ਕਈ ਕੋਟ ਪੰਖੀ ਸਰਪ ਉਪਾਈ, ਕਈ ਕੋਟ ਪਾਥਰ ਬਿਰਖ ਨਿਪਜਾਈ। ਕਰੋੜਾਂ ਹੀ ਮਾਲਕ ਨੇ ਪੰਛੀਆਂ ਦੀਆਂ, ਜੰਤੂਆਂ ਦੀਆਂ, ਸੱਪਾਂ ਦੀ ਜਿਹੜੀਆਂ ਜਾਤੀਆਂ ਬਣਾਈਆਂ ਨੇ, ਜੂਨਾਂ ਦੇ ਵਿੱਚ ਉਪਾਏ ਹੋਏ ਨੇ, ਪੈਦਾ ਕੀਤੇ ਹੋਏ ਨੇ। ਤੇ ਕਰੋੜਾਂ ਹੀ ਇਹੋ ਜਿਹੇ ਪੱਥਰਾਂ ਦੇ ਵਿੱਚ ਵੀ ਉਸ ਮਾਲਕ ਨੇ ਰੁੱਖਾਂ ਨੂੰ ਉਗਾਇਆ ਹੋਇਆ ਹੈ। ਕਈ ਕੋਟ ਪਾਥਰ, ਪੱਥਰ ਦੇ ਵਿੱਚ ਬਿਰਖ ਦਾ ਅਰਥ ਹੁੰਦਾ ਰੁੱਖ, ਨਿਪਜਾਏ, ਪੈਦਾ ਕੀਤੇ ਹੋਏ ਨੇ, ਉਗਾਏ ਹੋਏ ਨੇ। ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ। ਤੇ ਅਨੇਕਾਂ ਹੀ ਹਵਾਵਾਂ, ਅਨੇਕਾਂ ਹੀ ਪਾਣੀ ਤੇ ਅਨੇਕਾਂ ਹੀ ਬਸੰਤਰ ਅੱਗਾਂ ਪੈਦਾ ਹੋਈ ਕੀਤੀਆਂ ਨੇ। ਕਈ ਕੋਟ ਦੇਸ਼ ਭੂ ਮੰਡਲ, ਅਨੇਕਾਂ ਹੀ ਦੇਸ਼, ਅਨੇਕਾਂ ਹੀ ਭੂਮੀਆਂ ਤੇ ਅਨੇਕਾਂ ਹੀ ਜਿਹੜੇ ਮੰਡਲ ਨੇ ਮਾਲਕ ਪਰਮਾਤਮਾ ਨੇ ਬਣਾਏ ਨੇ। ਕਈ ਕੋਟ ਸਸਿਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਨਖੱਤਿਅਰ, ਉਦੋਂ ਵੀ ਆਪਾਂ ਨੂੰ ਆਖਿਆ ਸੀ ਵੀ ਯਈਆ ਅਜੇ ਉਹਦਾ ਉਚਾਰਨ ਸਿਆਰੀ ਪਲੱਸ ਐੜਾ, ਨੰਨਾ ਖੱਖੇ ਨੂੰ ਸਿਆਰੀ, ਐੜਾ ਤਤਾਰਾ, ਨਖੱਤਿਅਰ। ਅਨੇਕਾਂ ਹੀ ਕਰੋੜਾਂ ਹੀ, ਸਸਿਅਰ ਦਾ ਅਰਥ ਹੁੰਦਾ ਚੰਦਰਮਾ, ਸੂਰ ਦਾ ਅਰਥ ਹੋ ਗਿਆ ਸੂਰਜ, ਨਖੱਤਿਅਰ ਤਾਰੇ। ਅਨੇਕਾਂ ਹੀ ਸੂਰਜ ਨੇ, ਅਨੇਕਾਂ ਹੀ ਚੰਦਰਮਾ ਨੇ ਤੇ ਅਨੇਕਾਂ ਹੀ ਤਾਰੇ ਨੇ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਅਨੇਕਾਂ ਹੀ ਦੇਵਤੇ ਪੈਦਾ ਨੇ ਤੇ ਅਨੇਕਾਂ ਹੀ ਦਾਨਵ ਦਾ ਅਰਥ ਦੈਂਤ, ਦੈਂਤ ਪੈਦਾ ਕੀਤੇ ਹੋਏ ਨੇ। ਇੰਦਰ ਸਿਰ ਛਤਰ, ਅਨੇਕਾਂ ਹੀ ਇੰਦਰ ਰੂਪੀ, ਇੰਦਰ ਵੀ ਦੇਵਤੇ ਪੈਦਾ ਕੀਤੇ ਨੇ ਤੇ ਜਿਨ੍ਹਾਂ ਦੇ ਉੱਤੇ ਛਤਰ ਝੂਲਦੇ ਪਏ ਨੇ, ਜਿਨ੍ਹਾਂ ਨੂੰ ਛਤਰ ਦੀ ਬਖਸ਼ਿਸ਼ ਕੀਤੀ ਹੈ। ਸਗਲ ਸਮਗਰੀ ਆਪਣੈ ਸੂਤ ਤਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਗਲ ਸਮਗਰੀ, ਸਾਰੀ ਹੀ ਸ੍ਰਿਸ਼ਟੀ, ਆਪਣਾ ਸੂਤ ਧਾਰੈ, ਮਾਲਕ ਨੇ ਆਪਣੀ ਮਰਿਆਦਾ ਦੇ ਵਿੱਚ ਟਿਕਾ ਕੇ ਰੱਖਿਆ ਹੋਇਆ। ਸਾਰੀ ਸ੍ਰਿਸ਼ਟੀ ਨੂੰ ਹੁਕਮ ਦੇ ਵਿੱਚ ਰੱਖਿਆ ਹੋਇਆ, ਕੋਈ ਵੀ ਹੁਕਮ ਤੋਂ ਬਾਹਰ ਨਹੀਂ। ਜੋ ਕੁਝ ਹੋ ਰਿਹਾ ਸੰਸਾਰ ਦੇ ਅੰਦਰ, ਜੋ ਕੁਝ ਚੱਲ ਰਿਹਾ, ਜੋ ਕੁਝ ਅਸੀਂ ਕਰ ਰਹੇ ਹਾਂ, ਸਭ ਕੁਝ ਮਾਲਕ ਦੇ ਹੁਕਮ ਦੇ ਵਿੱਚ ਹੈ। ਉਹਦੀ ਹੁਕਮ ਦੇ ਅੰਦਰ ਹੀ ਰਹਿ ਕੇ, ਉਹਦੀ ਮਰਿਆਦਾ ਦੇ ਅੰਦਰ ਹੀ ਰਹਿ ਕੇ ਅਸੀਂ ਇਹ ਕਰਮ ਕਰਦੇ ਪਏ ਹਾਂ, ਇਹ ਕੰਮ ਕਰ ਰਿਹਾ। ਨਾਨਕ ਜਿਸ ਜਿਸ ਭਾਵ ਹੈ, ਇਹ ਨਾਨਕ ਜਿਹੜਾ ਜਿਹੜਾ ਉਸ ਮਾਲਕ ਪਰਮਾਤਮਾ ਨੂੰ ਭਾਉਂਦਾ ਤਿਸ ਤਿਸ ਨਿਸਤਾਰ ਹੈ ਤੇ ਉਸ ਦਾ ਹੀ ਸੰਸਾਰ ਦੇ ਉੱਤੋਂ ਪਾਰ ਉਤਾਰਾ ਹੁੰਦਾ। ਉਹ ਮਾਲਕ ਉਸ ਨੂੰ ਹੀ ਪਾਰ ਕਰ ਲੈਂਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸ਼ਾਸਤਰ। ਰਾਜਸ ਤਾਮਸ ਸਾਤਕ ਤ੍ਰੈ ਗੁਣ, ਰਜੋ ਸਤੋ ਤਮੋ, ਜਿਹੜੇ ਮਾਇਆ ਦੇ ਤਿੰਨ ਰੂਪ ਨੇ, ਇਹ ਕਈ ਨੇ ਵੀ ਜਿਹੜੇ ਇਹਦੇ ਵਿੱਚ ਫਸੇ ਹੋਏ ਨੇ। ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸ਼ਾਸਤਰ, ਕਰੋੜਾਂ ਹੀ ਵੇਦਾਂ ਪੁਰਾਨਾਂ ਸਿਮਰਤੀਆਂ ਅਰ ਸ਼ਾਸਤਰਾਂ ਦੇ ਵਿੱਚ ਨੂੰ ਜਿਹੜੇ ਪੜ੍ਹਨ ਵਾਲੇ ਨੇ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਹੁਣ ਅਨੇਕਾਂ ਹੀ ਸਮੁੰਦਰਾਂ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਰਤਨ ਨੇ, ਰਤਨ ਪੈਦਾ ਕਰ ਦਿੱਤੇ ਨੇ, ਕੀਮਤੀ ਹੀਰੇ ਜਿਹੜੇ ਉਹ ਬਣਾ ਦਿੱਤੇ। ਤੇ ਕਈ ਕੋਟ ਨਾਨਾ ਪ੍ਰਕਾਰ ਜੰਤ,
ਤੇ ਇਸ ਸੰਸਾਰ ਦੇ ਅੰਦਰ ਸਮੁੰਦਰਾਂ ਦੇ ਵਿੱਚ ਲਾ ਲਵੋ, ਜਗਤ ਦੇ ਵਿੱਚ ਲਾ ਲਵੋ, ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਨੇ ਜਿਹੜੇ ਸੰਸਾਰ ਦੇ ਅੰਦਰ ਪੈਦਾ ਕੀਤੇ ਨੇ। ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰੰਤੀ ਵੇ। ਕਰੋੜਾਂ ਇਹੋ ਜਿਹੀਆਂ ਜਿਨ੍ਹਾਂ ਦੀਆਂ ਉਮਰਾਂ ਬੜੀਆਂ ਲੰਮੀਆਂ ਨੇ। ਚਿਰ ਦਾ ਅਰਥ ਹੈ ਲੰਮੇ ਸਮੇਂ ਤੱਕ, ਜਿਹੜੇ ਲੰਮੇ ਸਮੇਂ ਤੱਕ ਜਿਉਂਦੇ ਨੇ, ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਨੇ। ਕਈ ਕੋਟ ਗਿਰੀ ਮੇਰ ਸੁਰੰਤੀ ਵੇ, ਅਨੇਕਾਂ ਹੀ ਇਸ ਸੰਸਾਰ ਦੇ ਅੰਦਰ ਪਹਾੜੀਆਂ, ਸੋਨੇ ਦੇ ਪਰਬਤ, ਅਨੇਕਾਂ ਹੀ ਜੋ ਖਾਣੀਆਂ ਨੇ ਉਸ ਮਾਲਕ ਪਰਮਾਤਮਾ ਨੇ ਬਣਾਈਆਂ ਹੋਈਆਂ ਨੇ, ਪੈਦਾ ਕੀਤੀਆਂ ਨੇ। ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ। ਹੁਣ ਕਰੋੜਾਂ ਹੀ ਜਖਿਆ ਦਾ ਅਰਥ ਹੁੰਦਾ ਹੈ, ਜਖਿਆ ਦੇਵਤਿਆਂ ਦਾ ਇੱਕ ਧਨ, ਜਿਹੜਾ ਧਨ ਦੇਵਤਾ, ਉਹਦੇ ਅੰਡਰ ਹੋਣਾ। ਦੇਵਤਿਆਂ ਦੇ ਖਜ਼ਾਨਚੀ ਕੁਬੇਰ ਦੀ ਸਭਾ ਵਿੱਚ ਕਿੰਨਰ ਨਾਚ ਕਰਦੇ ਹਨ। ਕਿੰਨਰ ਤੇ ਜਖਿਆ ਦੇਵਤਿਆਂ ਦੀਆਂ ਜਾਤਾਂ ਹਨ। ਪਿਸਾਚ ਵੀ ਦੇਵਤਿਆਂ ਦੀ ਇੱਕ ਘਟੀਆ ਜਾਤ ਹੈ। ਆਰੀਆ ਦੇ ਪੰਜਾਬ ਵਿੱਚ ਆਉਣ ਵੇਲੇ ਇੱਕੋ ਇੱਕ ਕੌਮ ਵਸਦੀ, ਇੱਥੇ ਇੱਕ ਕੌਮ ਵਸਦੀ ਸੀ, ਉਸ ਦਾ ਨਾਂ ਵੀ ਪਿਸਾਚ ਸੀ। ਕਿੰਨਰਾਂ ਦਾ ਧੜ ਮਨੁੱਖ ਦਾ ਤੇ ਮੂੰਹ ਘੋੜੇ ਦਾ ਦੱਸਿਆ ਹੈ। ਜਖਿਆ ਦੇਵਤਿਆਂ, ਤਿੰਨੇ ਦੇਵਤਿਆਂ ਦੀਆਂ ਜਾਤਾਂ ਨੇ। ਇਹਦੇ ਵਿੱਚ ਧਨ ਦੇਵਤੇ ਆ ਜਾਂਦੇ, ਜਿਹੜੇ ਧਨ ਦੇਵਤੇ ਦੇ ਅੰਡਰ ਨੇ। ਕਿੰਨਰ ਹੋ ਗਏ ਵੀ ਜਿਨ੍ਹਾਂ ਨੂੰ ਅਸੀਂ ਪੜ੍ਹਿਆ ਵੀ ਧੜ ਮਨੁੱਖਾਂ ਵਾਲੇ ਨੇ ਪਰ ਸਿਰ ਘੋੜਿਆਂ ਵਾਲਾ। ਪਿਸਾਚ ਦਾ ਅਰਥ ਹੁੰਦਾ ਨੀਵੀਆਂ ਜਾਤੀਆਂ ਵਾਲੇ, ਉਹਨਾਂ ਨੂੰ ਅਸੀਂ ਪਿਸਾਚ ਕਹਿੰਦੇ ਆ ਵੀ ਇਹ ਨੀਵੀਂ ਜਾਤੀ ਵਾਲਾ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਅਨੇਕਾਂ ਹੀ ਇਹ ਜਖਿਆ ਕਿੰਨਰ ਪਿਸਾਚ ਨੇ। ਕਈ ਕੋਟ ਭੂਤ ਪ੍ਰੇਤ ਸ਼ੁਕਰ ਮ੍ਰਿਗਾਚ, ਅਨੇਕਾਂ ਹੀ ਭੂਤ, ਅਨੇਕਾਂ ਹੀ ਪ੍ਰੇਤ। ਸ਼ੁਕਰ ਦਾ ਅਰਥ ਹੈ ਸੂਰ, ਤੇ ਮ੍ਰਿਗਾਚ ਮ੍ਰਿਗ ਨੂੰ ਆਚ ਲੈਣ ਵਾਲੇ, ਭਾਵ ਖਾਣ ਵਾਲੇ ਸ਼ੇਰ। ਅਨੇਕਾਂ ਹੀ ਇਸ ਸੰਸਾਰ ਦੇ ਅੰਦਰ ਭੂਤ ਪ੍ਰੇਤ ਸ਼ੁਕਰ ਨੇ ਜਿਹੜੇ ਮ੍ਰਿਗਾਚ ਪੈਦਾ ਕੀਤੇ ਨੇ। ਸਭ ਤੇ ਨੇਰੈ ਸਭਹੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ। ਪਰ ਇਹ ਵੀ ਗੱਲ ਹੈ ਵੀ ਉਹ ਸਾਰਿਆਂ ਤੋਂ ਨੇੜੇ ਵੀ ਹੈ ਤੇ ਸਾਰਿਆਂ ਤੋਂ ਦੂਰ ਵੀ ਹੈ। ਸਭ ਤੇ ਨੇੜੇ ਸਭਹੂ ਤੇ ਦੂਰ, ਸਾਰਿਆਂ ਤੋਂ ਨੇੜੇ ਵੀ ਹੈ ਤੇ ਨੇੜੇ ਜਾਣਨ ਵਾਲੇ ਉਹਨੂੰ ਨੇੜੇ ਜਾਣਦੇ ਨੇ ਤੇ ਦੂਰ ਜਾਣਨ ਵਾਲੇ ਉਹਨੂੰ ਦੂਰ ਸਮਝਦੇ ਨੇ, ਕਿਤੇ ਰੱਬ ਦੂਰ ਹੈ। ਜਿਹੜਾ ਨੇੜੇ ਜਾਂਦਾ ਹੋਵੇਗਾ ਉਹ ਹਮੇਸ਼ਾ ਹੀ ਆਪਣੇ ਅੰਗ ਸੰਗ ਸਮਝੇਗਾ ਵੀ ਪਰਮਾਤਮਾ ਮੇਰੇ ਨੇੜੇ ਹੈ। ਉਹ ਹਰ ਪਾਸੇ ਮਾਲਕ ਪਰਮਾਤਮਾ ਨੂੰ ਵਿਖੇਗਾ। ਸਤਿਗੁਰੂ ਜੀ ਕਿਰਪਾ ਕਰਦੇ, ਸਭ ਤੇ ਨੇੜੇ, ਉਹ ਸਾਰਿਆਂ ਤੋਂ ਨੇੜੇ ਹੈ। ਸਭਹੂ ਤੇ ਦੂਰ, ਤੇ ਸਾਰਿਆਂ ਤੋਂ ਦੂਰ ਹੈ। ਨਾਨਕ, ਹੇ ਨਾਨਕ, ਆਪ ਅਲਿਪਤ ਰਿਹਾ ਭਰਪੂਰ। ਉਹ ਇਸ ਸੰਸਾਰ ਦੇ ਅੰਦਰ ਆਪ ਰਚ ਮਿਚ ਕੇ ਭਰਪੂਰ ਰਚਿਆ ਹੋਇਆ, ਰਮਿਆ ਹੋਇਆ, ਪਰ ਨਜ਼ਰ ਨਹੀਂ ਆ ਰਿਹਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਸਾਰਿਆਂ ਦੇ ਵਿੱਚ ਮਾਲਕ ਹੈ ਪਰ ਉਹ ਨਜ਼ਰ ਨਹੀਂ ਆ ਰਿਹਾ। ਕਰ ਆਸਨ ਡਿਠੋ ਚਾਲ, ਆਸਨ ਕਰਕੇ ਸਾਰਿਆਂ ਦੇ ਵਿੱਚ ਰਲ ਕੇ ਉਹ ਸੰਸਾਰ ਦੇ ਅੰਦਰ ਰਮਿਆ ਹੋਇਆ ਤੇ ਇਹਦੇ ਅੰਦਰ ਰਚਿਆ ਹੋਇਆ। ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਆਪ ਹੀ ਅਲਿਪਤ ਰਹਿ ਕੇ ਭਰਪੂਰ ਹੈ ਸਾਰਿਆਂ ਦੇ ਵਿੱਚ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਅਨੇਕਾਂ ਹੀ ਇਹੋ ਜਿਹੇ ਜਿਹੜੇ ਪਤਾਲਾਂ ਦੇ ਵਿੱਚ ਵੀ ਵਾਸੀ ਨੇ, ਵਸੇ ਹੋਏ ਨੇ। ਜੋ ਮਾਲਕ ਨੇ ਪਾਤਾਲ ਬਣਾਏ ਹੋਏ ਨੇ, ਜਿਹਨੂੰ ਆਖਿਆ ਨਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ।
ਵੀ ਇਸ ਬਣਾਈ ਹੋਈ ਕੁਦਰਤ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਾਤਾਲ ਨੇ, ਕਿੰਨੇ ਕੁ ਆਕਾਸ਼ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਇਹ ਵੀ ਨਹੀਂ ਪਤਾ ਵੀ ਕਿੰਨੀਆਂ ਕੁ ਧਰਤੀਆਂ ਨੇ ਜਿਹਦੇ ਉੱਤੇ ਲੋਕ ਵਸਦੇ ਪਏ ਨੇ, ਜਿਨ੍ਹਾਂ ਦੇ ਉੱਤੇ ਲੋਕਾਂ ਦੀ ਵਸੋਈ। ਹੁਣ ਕਈ ਕੋਟ ਪਾਤਾਲ ਕੇ ਵਾਸੀ, ਅਨੇਕਾਂ ਕਰੋੜਾਂ ਨੇ ਜਿਹੜੇ ਪਾਤਾਲਾਂ ਦੇ ਵਾਸੀ ਨੇ, ਕਈ ਕੋਟ ਨਰਕ ਸੁਰਗ ਨਿਵਾਸੀ, ਅਨੇਕਾਂ ਇਹੋ ਜਿਹੇ ਜਿਹੜੇ ਨਰਕ ਸਵਰਗਾਂ ਦੇ ਵਿੱਚ ਵੀ ਵਸਦੇ ਪਏ ਨੇ, ਜਿਹਨੂੰ ਤੁਸੀਂ ਇੱਦਾਂ ਵੀ ਮੰਨ ਲਈਏ ਵੀ ਨਰਕ ਸਵਰਗ ਵੀ ਜੇਕਰ ਵੈਸੇ ਇਸ ਦੁਨੀਆ ਦੀ ਗੱਲ ਕਰੀਏ, ਨਰਕ ਅਸੀਂ ਉਹਨੂੰ ਕਹਿੰਦੇ ਆ ਜਿਸ ਘਰ ਦੇ ਵਿੱਚ ਦੁੱਖ ਹੋਵੇਗਾ। ਅਨੇਕਾਂ ਦੁੱਖਾਂ ਦੇ ਵਿੱਚ ਵੀ ਵਸ ਰਹੇ ਨੇ ਵੀ ਇਹਦਾ ਘਰ ਸਵਰਗ ਵਰਗਾ, ਭਾਵ ਇਹਦੇ ਘਰ ਦੇ ਵਿੱਚ ਸੁੱਖ ਨੇ। ਜਿੱਥੇ ਸੁੱਖ ਹੋਵੇਗਾ, ਹਰੇਕ ਪ੍ਰਕਾਰ ਦੀ ਚੀਜ਼ ਹੋਵੇਗੀ, ਉਹਨੂੰ ਅਸੀਂ ਸਵਰਗ ਕਹਿ ਦਿੰਦੇ ਹਾਂ। ਅਨੇਕਾਂ ਇਹੋ ਜਿਹੇ ਜਿਹੜੇ ਦੁੱਖਾਂ ਦੇ ਵਿੱਚ, ਗਰੀਬੀ ਦੇ ਵਿੱਚ ਵਸਦੇ ਪਏ ਨੇ, ਤੇ ਅਨੇਕਾਂ ਇਹੋ ਜਿਹੇ ਜਿਹੜੇ ਸੁੱਖਾਂ ਦੇ ਵਿੱਚ ਵਸਦੇ ਪਏ ਨੇ, ਸੁੱਖ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਪਏ ਨੇ। ਕਈ ਕੋਟ ਜਨਮਹਿ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ। ਅਨੇਕਾਂ ਹੀ ਜਿਹੜੇ ਜੰਮਦੇ ਨੇ, ਅਨੇਕਾਂ ਹੀ ਇਸ ਧਰਤੀ ਤੇ ਜਿਉ ਰਹੇ ਨੇ, ਤੇ ਅਨੇਕਾਂ ਹੀ ਮਰ ਰਹੇ ਨੇ। ਜੰਮ ਰਹੇ ਨੇ, ਜਿਉ ਰਹੇ ਨੇ, ਮਰ ਰਹੇ ਨੇ। ਕਈ ਕੋਟ ਬਹੁ ਜੂਨੀ ਫਿਰੈ, ਕਰੋੜਾਂ ਹੀ ਵੱਖ-ਵੱਖ ਜੂਨਾਂ ਦੇ ਵਿੱਚ ਫਿਰਦੇ ਪਏ ਨੇ, ਵੱਖ-ਵੱਖ ਜੂਨਾਂ ਦੇ ਵਿੱਚ ਨੇ। ਕਈ ਕੋਟ ਬੈਠਤ ਹੀ ਖਾਹੀ, ਕਈ ਕੋਟ ਘਾਲੈ ਥਕ ਪਾਹੀ। ਹੁਣ ਉਹੀ ਗੱਲ, ਕਈ ਕੋਟ ਬੈਠਤ ਹੀ ਖਾਈ, ਕਈਆਂ ਨੂੰ ਬੈਠਿਆਂ ਹੀ ਸਭ ਕੁਝ ਮਿਲ ਰਿਹਾ ਹੈ। ਕਿਸੇ ਪ੍ਰਕਾਰ ਦੀ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਕੋਈ ਹੱਥ ਹਿਲਾਉਣ ਦੀ ਲੋੜ ਨਹੀਂ ਹੈ। ਬੈਠਿਆਂ ਹੋਇਆਂ ਹੀ ਉਹਨਾਂ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਰਹੀ ਹੈ, ਸਭ ਕੁਝ ਮਿਲ ਰਿਹਾ ਖਾਣ ਦੇ ਲਈ। ਤੇ ਕਈ ਇਹੋ ਜਿਹੇ ਕਈ ਕੋਟ ਘਾਲ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘਾਲਣਾ ਕਰ ਰਹੇ ਨੇ, ਮਿਹਨਤ ਕਰਦੇ ਪਏ ਨੇ, ਤੇ ਮਿਹਨਤ ਕਰ ਕਰਕੇ ਥੱਕ ਚੁੱਕੇ ਨੇ, ਥੱਕ ਜਾਂਦੇ ਨੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਹੁਣ ਕਈ ਕਰੋੜਾਂ ਇਹੋ ਜਿਹੇ ਜਿਨ੍ਹਾਂ ਦੇ ਕੋਲ ਧਨ ਹੀ ਬਹੁਤ ਹੈ, ਬੜੇ ਅਮੀਰ ਬਣਾਏ ਹੋਏ ਨੇ, ਉਹ ਧਨਾੜ ਨੇ, ਬੜਾ ਧਨ ਹੈ। ਤੇ ਕਈਆਂ ਦੇ ਹੁਣ ਮਨਾਂ ਦੇ ਵਿੱਚ ਇਹ ਚਿੰਤਾ ਰਹਿੰਦੀ ਹੈ ਵੀ ਹੁਣ ਇਹਨੂੰ ਘਰ ਦਾ ਗੁਜ਼ਾਰਾ ਮੈਂ ਕਿਵੇਂ ਚਲਾਵਾਂ, ਧਨ ਕਿਵੇਂ ਆਵੇਗਾ, ਪੈਸਾ ਕਿਵੇਂ ਕਮਾਵਾਂ। ਪੈਸਾ ਆਵੇਗਾ, ਘਰ ਦੇ ਵਿੱਚ ਸੁੱਖ ਆਵੇਗਾ, ਸੁੱਖ ਆਵੇਗਾ, ਜ਼ਿੰਦਗੀ ਖੁਸ਼ਹਾਲ ਹੋਵੇਗੀ। ਇਹ ਚੀਜ਼ ਅਸੀਂ ਮੰਨਦੇ ਹਾਂ ਨਾ। ਹੁਣ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਇੰਨਾ ਕੁ ਧਨ ਦੇ ਦਿੱਤਾ, ਇੰਨੀ ਕੁ ਦੌਲਤ ਦੇ ਦਿੱਤੀ, ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸਾਡੇ ਕੋਲ ਕਿੰਨਾ ਕੁ ਕੁਝ ਹੈ। ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਚਿੰਤਾ ਲੱਗੀ ਹੋਈ ਹੈ ਵੀ ਹੁਣ ਸਵੇਰੇ ਕੀ ਬਣੇਗਾ, ਅੱਜ ਲੰਘ ਗਿਆ, ਸਵੇਰੇ ਕੀ ਬਣੇਗਾ, ਸਵੇਰ ਦਾ ਗੁਜ਼ਾਰਾ ਕਿਵੇਂ ਚਲਾਵਾਂਗੇ, ਸਵੇਰ ਦਾ ਕਿਵੇਂ, ਕੱਲ੍ਹ ਕਿਵੇਂ ਚੱਲੇਗਾ। ਤੇ ਕਈ ਕੋਟ ਮਾਇਆ ਮਹਿ ਚਿੰਤ, ਤੇ ਉਹਨਾਂ ਨੂੰ ਚਿੰਤਾ ਲੱਗੀ ਹੋਈ ਹੈ, ਜਹਾਂ ਜਹਾਂ ਭਾਵਨਾ ਤਹਾਂ ਤਹਾਂ ਰਾਖੀ। ਨਾਨਕ ਸਭ ਕਿਛ ਪ੍ਰਭ ਕੈ ਹਾਥੀ। ਜਿਵੇਂ ਜਿਵੇਂ ਮਾਲਕ ਪਰਮਾਤਮਾ ਨੂੰ ਭਾਉਂਦਾ ਹੈ, ਜਿਵੇਂ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਜਹਾਂ ਜਹਾਂ ਭਾਣਾ ਤਹਾਂ ਤਹਾਂ ਰਾਖੇ। ਮਾਲਕ ਪਰਮਾਤਮਾ ਉੱਥੇ ਹੀ ਰੱਖ ਰਿਹਾ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਨਾਨਕ ਸਭ ਕੁਛ ਪ੍ਰਭ ਕੇ ਹੱਥ, ਪ੍ਰਭ ਕੈ ਹੱਥ ਹੈ ਵੀ ਸਭ ਕੁਛ ਮਾਲਕ ਪਰਮਾਤਮਾ ਦੇ ਹੱਥ ਵਿੱਚ ਹੈ। ਕਈ ਕੋਟ ਭਈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਅਨੇਕਾਂ ਇਹੋ ਜਿਹੇ ਜਿਨ੍ਹਾਂ ਨੇ ਬੈਰਾਗ ਨੂੰ ਧਾਰਨ ਕਰ ਲਿਆ, ਮਨ ਦੇ ਵਿੱਚ ਬੈਰਾਗ ਪੈਦਾ ਹੋਇਆ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਤੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਲਿਵ ਨੂੰ ਲਾ ਲਿਆ, ਜੋੜ ਲਿਆ। ਕਈ ਕੋਟ ਪ੍ਰਭ ਕੋ ਖੋਜੰਤੀ, ਕਈ ਕੋਟ ਪ੍ਰਭ ਕੋ ਖੋਜੰਤੀ।
ਆਤਮ ਮਹਿ ਪਾਰ ਬ੍ਰਹਮ ਲਹੰਤੀ। ਅਨੇਕਾਂ ਇਹੋ ਜਿਹੇ ਜਿਹੜੇ ਪਰਮਾਤਮਾ ਦੀ ਖੋਜ ਕਰਦੇ ਪਏ ਨੇ, ਪਰਮਾਤਮਾ ਨੂੰ ਲੱਭ ਰਹੇ ਨੇ, ਤੇ ਜਿਨ੍ਹਾਂ ਦਾ ਇਹ ਸਫ਼ਰ ਸ਼ੁਰੂ ਹੋ ਗਿਆ ਆਤਮ ਮੈਂ ਪਾਰ ਬ੍ਰਹਮ ਲਹੰਤੇ, ਤੇ ਅੰਦਰ ਖੋਜ ਕਰਨ ਦੇ ਨਾਲ, ਉਸ ਨੂੰ ਲੱਭਣ ਦੇ ਨਾਲ ਉਹਨਾਂ ਨੇ ਪਾਰ ਬ੍ਰਹਮ ਲਹੰਤੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਇੱਧਰ ਲਹੰਤੇ ਲੱਭਦੇ ਹਨ, ਉਹਨਾਂ ਨੇ ਲੱਭ ਰਿਹਾ, ਉਹਨਾਂ ਨੇ ਪ੍ਰਾਪਤ ਕਰ ਲਿਆ। ਕਈ ਕੋਟ ਦਰਸ਼ਨ ਪ੍ਰਪਿਆਸ, ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼। ਹੁਣ ਅਨੇਕਾਂ ਦੇ ਮਨਾਂ ਦੇ ਵਿੱਚ ਮਾਲਕ ਦੇ ਦਰਸ਼ਨਾਂ ਦੀ ਤਾਂਘ ਹੈ, ਉਹਦਾ ਦਰਸ਼ਨ ਕਰਨੇ ਚਾਹੁੰਦੇ ਨੇ ਵੀ ਮਾਲਕ ਦੇ ਦਰਸ਼ਨ ਹੋਣ, ਪਰਮਾਤਮਾ ਦੇ ਦਰਸ਼ਨ ਕਰੀਏ। ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼, ਤੇ ਉਹਨਾਂ ਨੂੰ ਫਿਰ ਪਰਮਾਤਮਾ ਅਬਿਨਾਸ਼ੀ ਜਿਹੜਾ ਮਾਲਕ ਪਰਮਾਤਮਾ ਹੈ, ਜਿਹੜਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ, ਉਹ ਉਹਨਾਂ ਨੂੰ ਮਿਲ ਪੈਂਦਾ ਹੈ। ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਹੁਣ ਅਨੇਕਾਂ ਜਿਹੜੇ ਸਾਧੂ ਦੀ ਸੰਗਤ ਮੰਗ ਰਹੇ ਨੇ, ਗੁਰਮੁਖਾਂ ਦੀ ਸੰਗਤ, ਗੁਰੂ ਦੀ ਸੰਗਤ ਦੀ ਮੰਗ ਰਹੇ ਨੇ ਵੀ ਸਾਨੂੰ ਇਹਦੀ ਦਾਤ ਮਿਲ ਜਾਵੇ। ਵਿਨ ਭਾਗਾ ਸਤ ਸੰਗ ਨਾ ਲੱਭੈ, ਭਾਗਾ ਤੋਂ ਬਿਨਾਂ ਗੁਰੂ ਦੀ ਸੰਗਤ ਵੀ ਨਹੀਂ ਮਿਲਦੀ। ਇਹਦੀ ਵੀ ਜੋ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਹੋਏ ਹਾਂ, ਇਹ ਉਸ ਮਾਲਕ ਪਰਮਾਤਮਾ ਦੇ ਭਾਗ ਨੇ, ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਸਾਡੇ ਬੰਦੇ ਦੇ ਭਾਗ ਨੇ, ਭਾਗਾਂ ਦੇ ਕਰਕੇ ਮਿਲੀ ਹੈ। ਸਾਡੇ ਕਦਮ, ਸਾਡੇ ਕਰਮ ਚੰਗੇ ਨੇ, ਜਿਨ੍ਹਾਂ ਦੇ ਕਰਕੇ ਅਸੀਂ ਸੰਗਤ ਦੇ ਵਿੱਚ ਬੈਠੇ ਹੋਏ ਹਾਂ। ਕਈ ਕੋਟ ਕਰੋੜਾਂ ਹੀ ਮੰਗੈ ਸਤ ਸੰਗ, ਤੇ ਸਤ ਸੰਗਤ ਨੂੰ ਮੰਗ ਰਹੇ ਨੇ, ਤੇ ਇਹਦੇ ਵਿੱਚ ਆ ਕੇ ਮੰਗਦੇ ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਹੜੀ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ, ਪਹਿਲਾਂ ਸੰਗਤ ਨੂੰ ਮੰਗਿਆ, ਸੰਗਤ ਦੇ ਵਿੱਚ ਬੈਠੇ, ਇੱਥੇ ਆ ਕੇ ਫਿਰ ਮਾਲਕ ਪਰਮਾਤਮਾ ਨੂੰ ਮੰਗਿਆ, ਤੇ ਹੌਲੀ ਹੌਲੀ ਗੁਰੂ ਦੀ ਕਿਰਪਾ ਹੋਈ, ਤੇ ਉਹਨਾਂ ਨੇ ਫਿਰ ਪਰਮਾਤਮਾ ਦੇ ਰੰਗ ਦੇ ਵਿੱਚ, ਪਿਆਰ ਦੇ ਵਿੱਚ ਭਿੱਜ ਗਏ। ਜਿਨ ਕੋ ਹੋਈ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਜਿਸ ਦੇ ਉੱਤੇ ਮਾਲਕ ਪਰਮਾਤਮਾ ਆਪ ਖੁਸ਼ ਹੋ ਜਾਵੇ, ਜਿਸ ਦੇ ਉੱਤੇ ਮਾਲਕ ਆਪ ਖੁਸ਼ ਹੋ ਜਾਵੇ, ਬਖਸ਼ਿਸ਼ ਕਰ ਦੇਵੇ, ਮਿਹਰ ਕਰ ਦੇਵੇ, ਹੇ ਨਾਨਕ ਇਹੋ ਜਿਹੇ ਜਿਹੜੇ ਜਨ ਨੇ ਉਹ ਧਨਤਾ ਦੇ ਯੋਗ ਨੇ, ਉਹ ਧਨ ਨੇ। ਕਈ ਕੋਟ ਖਾਨੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਹੁਣ ਮਾਲਕ ਪਰਮਾਤਮਾ ਨੇ, ਖਾਣੀ ਦਾ ਅਰਥ ਹੁੰਦਾ ਹੈ, ਚਾਰ ਖਾਣੀਆਂ ਮੰਨੀਆਂ ਗਈਆਂ ਨੇ, ਅੰਡਜ ਜੇਰਜ ਸੇਤਜ ਉਤਪਜ। ਅੰਡੇ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ, ਤੇ ਬਨਸਪਤੀ ਤੋਂ ਪੈਦਾ, ਜ਼ਮੀਨ ਦੇ ਵਿੱਚੋਂ ਪੈਦਾ ਹੋਣ ਵਾਲੇ ਵੱਖ-ਵੱਖ ਜੀਵ ਨੇ। ਅਨੇਕਾਂ ਹੀ ਖਾਣੀਆਂ ਦੇ ਵਿੱਚੋਂ, ਇਹਨਾਂ ਚਾਰਾਂ ਖਾਣੀਆਂ ਦੇ ਵਿੱਚੋਂ ਅਨੇਕਾਂ ਜੀਵ ਪੈਦਾ ਹੋਏ ਨੇ, ਤੇ 9 ਖੰਡ ਭਾਵ 9 ਜਿਹੜੇ ਖੰਡ ਨੇ, ਸਾਰੀ ਧਰਤੀ ਅਨੇਕਾਂ ਹੀ ਖਾਣੀਆਂ ਨੇ, ਤੇ ਅਨੇਕਾਂ ਹੀ ਖੰਡ ਨੇ, ਧਰਤੀਆਂ ਨੇ। ਕਈ ਕੋਟ ਆਕਾਸ਼ ਬ੍ਰਹਮੰਡ, ਅਨੇਕਾਂ ਹੀ ਆਕਾਸ਼ ਨੇ, ਤੇ ਅਨੇਕਾਂ ਹੀ ਬ੍ਰਹਮੰਡ ਨੇ, ਕਈ ਕਰੋੜਾਂ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਤੇ ਇੱਕ ਅਨੇਕਾਂ ਹੀ ਪ੍ਰਕਾਰ ਦੇ ਸੰਸਾਰ ਦੇ ਅੰਦਰ ਅਵਤਾਰ ਜੀਵ ਪੈਦਾ ਕੀਤੇ ਨੇ, ਤੇ ਅਨੇਕਾਂ ਤਰੀਕਿਆਂ ਦੇ ਨਾਲ ਕਈ ਜੁਗਤ, ਵੱਖ-ਵੱਖ ਜੁਗਤਾਂ ਦੇ ਨਾਲ, ਢੰਗ ਤਰੀਕਿਆਂ ਦੇ ਨਾਲ ਇਸ ਧਰਤੀ ਦਾ ਫੈਲਾਵ ਕੀਤਾ, ਇਸ ਧਰਤੀ ਨੂੰ ਪੈਦਾ ਕੀਤਾ। ਕਈ ਵਾਰ ਪਸਰਿਓ ਪਾਸਾਰ,
ਸਦਾ ਸਦਾ ਇੱਕ ਏਕੰਕਾਰ। ਹੁਣ ਕਈ ਵਾਰੀ ਇਸ ਧਰਤੀ ਦਾ ਪਸਾਰਾ ਹੋਇਆ ਤੇ ਕਈ ਵਾਰੀ ਇਸ ਧਰਤੀ ਦਾ ਨਾਸ਼ ਹੋਇਆ। ਮਾਲਕ ਨੇ ਕਈ ਵਾਰੀ ਧਰਤੀ ਨੂੰ ਪੈਦਾ ਕੀਤਾ ਤੇ ਕਈ ਵਾਰੀ ਧਰਤੀ ਨੂੰ ਨਾਸ਼ ਕੀਤਾ। ਤੇ ਸਦਾ ਸਦਾ ਇੱਕ ਏਕੰਕਾਰ, ਉਹ ਮਾਲਕ ਪਰਮਾਤਮਾ ਸਦਾ ਰਹਿਣ ਵਾਲਾ ਹੈ। ਉਹ ਨਾ ਤੇ ਕਦੇ ਨਾਸ਼ ਹੋਇਆ ਤੇ ਨਾ ਹੀ ਕਦੇ ਨਾਸ਼ ਹੋਵੇਗਾ। ਜਿਹਨੂੰ ਅਸੀਂ ਇਹ ਵੀ ਪੜ੍ਹਦੇ ਹਾਂ ਨਾ, ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜਾ ਆਦਿ ਹੈ, ਜੁਗਾ ਤੋਂ ਹੈ, ਅੱਜ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ। ਇਹ ਸ੍ਰਿਸ਼ਟੀਆਂ ਦੇ ਸੰਸਾਰ ਦੇ ਜੀਵ, ਧਰਤੀਆਂ ਨੇ, ਇਹ ਸੰਸਾਰ ਦੇ ਜੀਵ ਖਤਮ ਹੋ ਜਾਣਗੇ, ਇਹ ਨਸ਼ਟ ਹੋ ਜਾਣਗੇ, ਇਹ ਨਾਸ਼ ਹੋ ਜਾਣਗੇ, ਪਰ ਮਾਲਕ ਪਰਮਾਤਮਾ ਸਦਾ ਰਹਿਣ ਵਾਲਾ ਹੈ। ਸਦਾ ਸਦਾ ਇੱਕ ਏਕੰਕਾਰ, ਉਹ ਮਾਲਕ ਪਰਮਾਤਮਾ ਸਦਾ ਇੱਕ ਹੈ ਤੇ ਇੱਕ ਰਹਿਣ ਵਾਲਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੀ ਸਮਾਤ। ਅਨੇਕਾਂ ਭਾਂਤਾਂ ਦੇ ਕਰੋੜਾਂ ਜਿਹੜੇ ਜੀਵ ਨੇ ਪੈਦਾ ਕੀਤੇ ਨੇ, ਪ੍ਰਭ ਤੇ ਹੋਏ ਪ੍ਰਭ ਮਾਹੀ ਸਮਾਤ। ਕੁਝ ਇਹੋ ਜਿਹੇ ਜਿਹੜੇ ਪਰਮਾਤਮਾ ਤੋਂ ਪੈਦਾ ਹੋਏ ਤੇ ਦੁਬਾਰਾ ਤੋਂ ਪਰਮਾਤਮਾ ਦੇ ਵਿੱਚ ਸਮਾ ਗਏ। ਉਹਦੇ ਗੁਣਾਂ ਨੂੰ ਗਾ ਕੇ, ਉਹਦੇ ਰਸਤੇ ਦੇ ਉੱਤੇ ਚੱਲ ਕੇ ਦੁਬਾਰਾ ਤੋਂ ਪਰਮਾਤਮਾ ਦੇ ਵਿੱਚ ਸਮਾ ਗਏ। ਤਾ ਕਾ ਅੰਤ ਨ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਈ। ਤੇ ਤਾ ਕਾ ਅੰਤ ਨਾ ਜਾਣੈ ਕੋਈ, ਉਸ ਮਾਲਕ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਜਾਣਦਾ। ਆਪੇ ਆਪ ਨਾਨਕ ਪ੍ਰਭ ਸੋਈ। ਉਹ ਮਾਲਕ ਪਰਮਾਤਮਾ, ਉਹ ਆਪਣੇ ਹੀ ਆਪ ਤੋਂ ਪੈਦਾ ਹੋਇਆ, ਆਪਣੇ ਹੀ ਆਪ ਤੋਂ ਪ੍ਰਕਾਸ਼ ਹੋਇਆ ਤੇ ਆਪਣੇ ਵਿੱਚ ਹੀ ਸਮਾ ਜਾਂਦਾ ਹੈ। ਕਈ ਕੋਟ ਪਾਰ ਬ੍ਰਹਮ ਕੀ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਰੋੜਾਂ ਹੀ ਪਰਮਾਤਮਾ ਦੇ ਦਾਸ ਨੇ, ਪਰਮਾਤਮਾ ਦੇ ਸੇਵਕ ਨੇ। ਤਿਨ ਹੋਵਤ ਆਤਮ ਪ੍ਰਗਾਸ, ਤਿੰਨਾਂ ਦੇ ਅੰਦਰ ਹੁਣ ਮਾਲਕ ਦਾ, ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ। ਕਈ ਕੋਟ ਤਤ ਕੇ ਬੇਤੀ, ਸਦਾ ਨਿਹਾਰੈ ਏਕੋ ਨਿਤਰੀ। ਤਤ ਧਰਤੀ ਦਾ ਮਾਲਕ ਪਰਮਾਤਮਾ, ਜੀਵਾਂ ਦਾ ਤਤ ਕੌਣ ਹੈ? ਮਾਲਕ ਪਰਮਾਤਮਾ। ਕਰੋੜਾਂ ਉਸ ਤਤ ਦੇ ਵਿੱਚ, ਤੱਤਾਂ ਦੇ ਵਿੱਚ ਸਮਾਏ ਨੇ। ਸਦਾ ਨਿਹਾਰੈ ਏਕੋ ਨਿਤਰੇ, ਉਹ ਫਿਰ ਸਾਰਿਆਂ ਨੂੰ ਇੱਕ ਅੱਖਾਂ ਦੇ ਨਾਲ ਸਭ ਨੂੰ ਬਰਾਬਰ ਜਾਣਦੇ ਨੇ, ਹਰ ਦੇ ਵਿੱਚੋਂ ਪਰਮਾਤਮਾ ਦੀ ਜੋਤ ਨੂੰ ਵੇਖਦੇ ਨੇ। ਕਈ ਕੋਟ ਨਾਮ ਰਸ ਪੀਵੈ, ਅਮਰ ਭਈ ਸਦ ਸਦ ਹੀ ਜੀਵੈ। ਅਨੇਕਾਂ ਮਾਲਕ ਪਰਮਾਤਮਾ ਦੇ ਨਾਮ ਦਾ ਰਸ ਪੀ ਰਹੇ ਨੇ। ਅਮਰ ਭਈ ਸਦ ਸਦ ਹੀ ਜੀਵੈ। ਤੇ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ, ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਉਹ ਫਿਰ ਜਨਮ ਮਰਨ ਦੇ ਗੇੜ ਤੋਂ ਬਚ ਗਏ, ਸਦਾ ਦੇ ਲਈ ਅਮਰ ਹੋ ਗਏ। ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ। ਅਨੇਕਾਂ ਹੀ ਮਾਲਕ ਪਰਮਾਤਮਾ ਦੇ ਨਾਮ ਨੂੰ, ਗੁਣਾਂ ਨੂੰ ਗਾ ਰਹੇ ਨੇ। ਆਤਮ ਰਸ ਸੁਖ ਸਹਿਜ ਸਮਾਵੈ, ਤੇ ਅੰਦਰ ਮਾਲਕ ਪਰਮਾਤਮਾ ਦੇ ਨਾਮ ਨੂੰ ਵਿਸਾ ਕੇ ਸਦਾ ਆਤਮਿਕ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਨੇ, ਸਦਾ ਟਿਕਾਊ ਦੇ ਵਿੱਚ ਟਿਕੇ ਰਹਿੰਦੇ ਨੇ। ਆਪਣੇ ਜਨ ਕੋ ਸਾਸ ਸਾਸ ਸਮਾਰੀ, ਨਾਨਕੇ ਉਹੀ ਪਰਮੇਸ਼ਰ ਕੀ ਪਿਆਰੀ। ਉਹ ਮਾਲਕ ਪਰਮਾਤਮਾ ਆਪਣੇ ਸੇਵਕ ਨੂੰ ਕਿਰਪਾ ਕਰਦਾ ਤੇ ਉਹ ਸੇਵਕ ਸਾਸ ਸਾਸ ਸਮਾਰੇ ਤੇ ਹਰੇਕ ਸਵਾਸ ਦੇ ਨਾਲ ਉਸ ਨੂੰ ਸਿਮਰਦਾ। ਨਾਨਕ ਉਹੀ ਪਰਮੇਸ਼ਰ ਕੇ ਪਿਆਰੇ। ਹੀ ਨਾਨਕ ਉਹੀ ਅਸਲ ਦੇ ਵਿੱਚ ਮਾਲਕ ਪਰਮਾਤਮਾ ਦੇ ਪਿਆਰੇ ਨੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਇੱਥੋਂ ਤੱਕ 10 ਅਸ਼ਟਪਦੀਆਂ ਆਪਣੀਆਂ ਹੋ ਚੁੱਕੀਆਂ ਨੇ। 11ਵੀਂ ਅਸ਼ਟਪਦੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਸਮਤ ਬਖਸ਼ਣ।
ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦਾ ਬਲ ਉਦਮ ਬਖਸ਼ਣ